ਅੱਜ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਪਰ ਕਰੋਨਾ ਦਾ ਅਸਰ ਆਜ਼ਾਦੀ ਦਿਹਾੜੇ ਦੇ ਉੱਤੇ ਵੇਖਣ ਨੂੰ ਮਿਲਿਆ। ਅੱਜ ਬੜੇ ਹੀ ਸਾਦੇ ਢੰਗ ਦੇ ਨਾਲ ਹਰ ਥਾਂ ਦੇ ਉੱਤੇ ਝੰਡਾ ਲਹਿਰਾਇਆ ਗਿਆ। ਜੇਕਰ ਗੱਲ ਕਰੀਏ ਅਸੀਂ ਖਰੜ ਦੀ, ਤਾਂ ਖਰੜ ਦੇ ਵਿੱਚ ਅਨਾਜ ਮੰਡੀ ਵਿੱਚ ਸਾਦੇ ਢੰਗ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਵੱਲੋਂ ਕੀਤੀ ਗਈ ਅਤੇ ਉੱਥੇ ਹੀ ਜਲੰਧਰ ਦੇ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਦੇ ਉੱਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ ਪੂਰੀ ਫੋਰਸ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੀ ਨਜ਼ਰ ਆਈ ਤੇ ਰਾਸ਼ਟਰੀ ਗਾਨ ਵੀ ਕੀਤਾ ਗਿਆ। ਪਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਪਰੇਡ ਨਹੀਂ ਕੀਤੀ ਗਈ। ਸਕੂਲੀ ਬੱਚਿਆਂ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਦੇ ਨਾਲ ਸਾਰਾ ਸਟੇਡੀਅਮ ਖਾਲੀ ਵਿਖਾਈ ਦਿੱਤਾ। ਉੱਥੇ ਹੀ ਕਾਦੀਆਂ ਦੇ ਵਿੱਚ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਨੇ ਝੰਡੇ ਨੂੰ ਸਲਾਮੀ ਦਿੱਤੀ। ਤੇ ਲੁਧਿਆਣਾ ਦੇ ਸਾਨੇਵਾਲ ਦੇ ਵਿੱਚ 74ਵਾਂ ਆਜ਼ਾਦੀ ਦਿਵਸ ਮਨਾਉਂਦੇ ਹੋਏ ਹਲਕਾ ਇੰਚਾਰਜ ਬੀਬੀ ਸਤਿੰਦਰ ਕੌਰ ਬਿੱਟੀ ਵੱਲੋਂ ਇਹ ਰਸਮ ਨਿਭਾਈ ਗਈ ਹੈ। ਆਜ਼ਾਦੀ ਦੇ ਦਿਹਾੜੇ ਤੇ ਜਿਹੜਾ ਖਰੜ ਦੇ ਜਿਹੜਾ ਹੈ ਐਸਡੀਐਮ ਹਿਮਾਂਸ਼ੂ ਜੈਨ ਜੀ ਵੱਲੋਂ ਜਿਹੜਾ ਹੈ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ ਤੇ ਕੋਵਿਡ ਨੂੰ ਦੇਖਦੇ ਹੋਏ ਜਿਹੜਾ ਹੈ ਸਾਦੇ ਢੰਗ ਦੇ ਨਾਲ ਜਿਹੜਾ ਆਜ਼ਾਦੀ ਦਿਵਸ ਮਨਾਇਆ ਗਿਆ। ਕੋਈ ਇਕੱਠ ਨਹੀਂ ਕੀਤਾ ਗਿਆ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਖਰੜ ਦੇ ਆਜ਼ਾਦੀ ਦਿਵਸ ਦੀਆਂ ਝਲਕੀਆਂ, ਜਦੋਂ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਜੀ ਨੇ ਝੰਡਾ ਲਹਿਰਾਇਆ ਹੈ ਅਤੇ ਕੀ ਕਿਹਾ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ। ਆਓ ਤੁਹਾਨੂੰ ਸੁਣਾਉਂਦੇ ਹਾਂ। महामारी दौरान निभाई गई सेवा कारण ही खरड़ सब डिवीजन ਵਿੱਚ ਮੈਨੂੰ ਇਸ ਕਾਰਜ ਨੂੰ ਸ਼ਾਂਤੀਪੂਰਨ ਅਤੇ ਸੇਵਾ ਭਾਵਨਾ ਨਾਲ ਕਰਨ ਵਿੱਚ ਮਦਦ ਮਿਲ ਰਹੀ ਹੈ। ਮੈਂ ਆਪ ਜੀ ਵੱਲੋਂ ਜਿੱਥੇ ਇਸ ਮਹਾਮਾਰੀ ਦੌਰਾਨ ਦਿੱਤੇ ਸਹਿਯੋਗ ਤੇ ਬਿਹਤਰ ਕਾਰਜਸ਼ੈਲੀ ਲਈ ਵਧਾਈ ਦਿੰਦਾ, ਉੱਥੇ ਹੀ ਆਸ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਇਸ ਮਹਾਮਾਰੀ ਦੌਰਾਨ ਹਰ ਤਰ੍ਹਾਂ ਦੀ ਚੁਣੌਤੀਆਂ ਭਰਪੂਰ ਕਾਰਜਾਂ ਨੂੰ ਭਵਿੱਖ ਵਿੱਚ ਵੀ ਸੇਵਾ ਭਾਵਨਾ ਅਤੇ ਸਹਿਜਤਾ ਨਾਲ ਨਿਭਾਉਣ ਦੇ ਸਮਰਥ ਰਹੋਗੇ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮਿਸ਼ਨ ਫਤਿਹ ਵੀ ਲਾਂਚ ਕੀਤਾ ਗਿਆ ਹੈ, ਜਿਹਦੇ ਵਿੱਚ ਬਹੁਤ ਹੀ ਬੇਸਿਕ ਗਾਈਡਲਾਈਨਸ ਜਿਹੜੀ ਹੈਗੀ, ਜਿਵੇਂ ਕਿ ਹੱਥ ਧੋਣਾ ਔਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ, ਇੱਦਾਂ ਦੀ ਗਾਈਡਲਾਈਨਸ ਦਾ ਅਸੀਂ ਪੂਰੇ ਤਰੀਕੇ ਨਾਲ ਪਾਲਣ ਕਰੀਏ ਤਾਂ ਕਿ ਅਸੀਂ ਵੀ ਸੁਰੱਖਿਅਤ ਰਹੀਏ ਤਾਂ ਸਾਡਾ ਸਬ ਡਿਵੀਜ਼ਨ ਖਰੜ ਤੇ ਪੂਰਾ ਸਮਾਜ ਜਿਹੜਾ ਉਹ ਸੁਰੱਖਿਅਤ ਰਹੇ। ਮੈਂ ਆਪ ਅਤੇ ਆਪ ਦੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਔਰ ਅੰਤ ਵਿੱਚ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਜਿਹੜਾ ਅੱਜ ਦਾ ਦਿਵਸ ਹੈ 15 ਅਗਸਤ, ਇਹ ਸਾਨੂੰ ਬਹੁਤ ਹੀ ਮੁਸ਼ਕਿਲ ਨਾਲ ਪ੍ਰਾਪਤ ਹੋਇਆ। ਜਿਹੜਾ ਮੇਰੇ ਸਾਹਮਣੇ ਤਿਰੰਗਾ ਇੱਕ ਖੁੱਲੀ ਹਵਾ ਦੇ ਵਿੱਚ ਲਹਿਰ ਰਿਹਾ ਹੈ, ਇਹਦੇ ਵਿੱਚ ਕਈ ਸਾਡੇ ਸੁਤੰਤਰਤਾ ਸੈਨਾਨੀਆਂ ਦਾ ਖੂਨ ਹੈ, ਜਿਹੜਾ ਹੈਗਾ ਯੋਗਦਾਨ ਹੈਗਾ। ਜਦੋਂ ਅੰਗਰੇਜ਼ਾਂ ਦਾ ਸਮਾਂ ਹੁੰਦਾ ਸੀਗਾ, ਮੈਂ ਪੜ੍ਹ ਰਿਹਾ ਸੀਗਾ, ਉਸ ਸਮੇਂ ਇੱਕ ਬੋਰਡ ਤੇ ਲਿਖਿਆ ਹੁੰਦਾ ਸੀਗਾ ਕਿ ਇੱਥੇ ਸਿਰਫ ਔਰ ਸਿਰਫ ਅੰਗਰੇਜ਼ ਅਲਾਉਡ ਹੈ। ਸੜਕਾਂ ਦੇ ਵੀ ਨਿਯਮ ਹੁੰਦੇ ਸੀਗੇ ਵੀ ਇਸ ਸੜਕ ਤੇ ਸਿਰਫ ਅੰਗਰੇਜ਼ ਅਲਾਉਡ ਹੈ ਔਰ ਭਾਰਤੀ ਜਿਹੜੇ ਹੈਗੇ ਆ ਉਹ ਅਲਾਉਡ ਨਹੀਂ ਹੈ। ਅੱਜ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਤੇ ਇਹ ਸਾਡੇ 15 ਅਗਸਤ ਦੀ ਇੱਕ ਦੇਣ ਹੈ, ਸੁਤੰਤਰਤਾ ਸੰਗਰਾਮੀਆਂ ਦੀ ਦੇਣ ਹੈ। ਮੈਂ ਆਪ ਦੇ ਅਤੇ ਆਪ ਦੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹੋਇਆ ਆਸ ਕਰਦਾ ਹਾਂ ਕਿ ਆਪ ਭਵਿੱਖ ਵਿੱਚ ਵੀ ਜਦੋਂ ਤੱਕ ਇਹ ਮਹਾਮਾਰੀ ਖਤਮ ਨਹੀਂ ਹੋ ਜਾਂਦੀ, ਕੰਮ ਨੂੰ ਨਿਰਵਿਘਨ ਅਤੇ ਸੇਵਾ ਭਾਵਨਾ ਨਾਲ ਨੇਪਰੇ ਚਾੜਨ ਲਈ ਪ੍ਰਸ਼ਾਸਨ ਨੂੰ ਪੂਰਨ ਤਰੀਕੇ ਨਾਲ ਸਹਿਯੋਗ ਦਿਓ। ਮੈਂ ਆਪ ਸਭ ਇਲਾਕਾ ਨਿਵਾਸੀਆਂ ਨੂੰ ਆਪਣੀ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਔਰ ਉਹਦੇ ਦਿੰਦੇ ਹੋਏ ਆਪ ਸਭ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕਰਦਾ ਹਾਂ। ਆਪ ਸਭ ਨੂੰ ਇਸ ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈਆਂ। ਜੈ ਹਿੰਦ। ਸੁਣਿਆ ਕਿ ਹਿਮਾਂਸ਼ੂ ਜੈਨ ਜੀ ਨੇ ਵੀ ਆਪਣੇ ਜਿਹੜਾ ਹੈ ਭਾਸ਼ਣ ਦੇ ਵਿੱਚ ਕਿਹਾ ਹੈ ਕਿ ਕੋਵਿਡ ਨੂੰ ਦੇਖਦੇ ਹੋਏ ਜਿਹੜਾ ਹੈਗਾ ਸਰਕਾਰ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਪੂਰਨ ਤੌਰ ਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਹੀ ਆਪਾਂ ਇਸ ਕੋਵਿਡ ਦੀ ਬਿਮਾਰੀ ਤੋਂ ਬਚ ਸਕਦੇ ਨੇ। ਉਹਨਾਂ ਨੇ ਕਿਹਾ ਕਿ ਬਾਰ-ਬਾਰ ਆਜ਼ਾਦੀ ਦਿਵਸ ਤੇ ਉਹਨਾਂ ਨੇ ਕਿਹਾ ਕਿ ਬਾਰ-ਬਾਰ ਹੱਥ ਧੋਣੇ ਚਾਹੀਦੇ ਨੇ ਤੇ ਮੂੰਹ ਤੇ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਤੇ ਸਮਾਜਿਕ ਦੂਰੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਨੇ, ਤਾਂ ਹੀ ਆਪਾਂ ਆਪਣੇ ਦੇਸ਼ ਨੂੰ ਤੇ ਆਪਣੇ ਪੰਜਾਬ ਨੂੰ ਇਸ ਮਹਾਮਾਰੀ ਤੋਂ ਆਜ਼ਾਦ ਕਰਾ ਸਕਦੇ ਨੇ। ਖਰੜ ਤੋਂ ਕੈਮਰਾਮੈਨ ਪ੍ਰਦੀਪ ਵਰਮਾ ਦੇ ਨਾਲ ਸਟਾਰ ਨਿਊਜ਼ ਪੰਜਾਬੀ ਦੇ ਲਈ ਡੇਵਿਡ ਵਰਮਾ ਦੀ ਰਿਪੋਰਟ। ਮੈਂ ਜਦੋਂ ਪਿੱਛੇ ਉਹ ਝਾਤੀ ਮਾਰਦਾ ਮੇਰੇ ਪਿਤਾ ਜੀ ਜਦੋਂ 72 ਚ ਮਿਨਿਸਟਰ ਬਣੇ, ਉਸ ਵੇਲੇ ਬਹੁਤ ਵੱਡੇ ਆਜ਼ਾਦੀ ਦਿਵਾਸੀ ਜਨ ਜਾਤੀ ਦੀ ਲੋਕਾਂ ਦੇ ਨਾਲ ਨੌਕਰੀ ਬਣਦਾ
ਉਹਨਾਂ ਨੂੰ ਪ੍ਰਾਪਤ ਹੋਇਆ। ਉਹ ਬਹੁਤ ਸਾਰੇ ਸਾਡੇ ਜਿਹੜੇ ਫਰੀडम ਫਾਈਟਰ ਸੀ ਉਹ ਜੀਨੇ ਸੀਗੇ ਤੇ ਜਦੋਂ ਉਹਨਾਂ ਦੇ ਜਵਾਨ ਹੋਏ ਸੀ, ਜਦੋਂ ਉਹਨਾਂ ਦੇ ਤਸਵੀਰਾਂ ਵਾਲੇ ਹੋਏ ਸੀ ਤੇ ਅੱਜ ਵੀ ਮਨ ਪਾਉਂਦਾ ਤੇ ਉਹਨਾਂ ਤਸਵੀਰਾਂ ਦੀ ਉਹ ਜੇਲਾਂ ਦੇ ਉਹ ਤਸਵੀਰਾਂ ਕਰਤੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਸਵੀਰਾਂ ਦਿੱਤੀਆਂ ਜਾਂਦੀਆਂ ਸੀ। ਅੱਜ ਉਹਨਾਂ ਕੇ ਸਿਰ ਝੁਕਣਾ, ਉਹਨਾਂ ਦੇ ਪਰਿਵਾਰਾਂ ਕੇ ਸਿਰ ਝੁਕਣਾ, ਬੇਸ਼ੱਕ ਉਹਨਾਂ ਦੇ ਪਰਿਵਾਰਾਂ ਨੂੰ ਜੋ ਉਹਨਾਂ ਦਾ ਬਣਦਾ ਮਾਨ ਸਤਿਕਾਰ ਆ ਉਹ ਸਰਕਾਰਾਂ ਵੱਲੋਂ ਨਹੀਂ ਦਿੱਤਾ ਜਾਂਦਾ। ਉਹਨਾਂ ਪਰਿਵਾਰਾਂ ਦੇ ਅੱਗੇ ਜਦੋਂ ਉਹਨਾਂ ਦੇ ਦੇਖੀਆਂ ਤਸਵੀਰਾਂ ਦੇਖੀਆਂ, ਜਦੋਂ ਜਵਾਬ ਤੋਂ ਜਾਣਾ ਸਾਡਾ ਪੰਚਾਇਤ ਕਰ ਲਿਆ, ਉੱਥੇ ਜਦੋਂ ਪੰਚਾਇਤ ਪਹੁੰਚੇ ਜਦੋਂ ਤਸਵੀਰਾਂ ਪੂਰੇ ਫਰੀडम ਫਾਈਟਰ ਦੀ ਉਹ ਲੱਗੀਆਂ ਫੋਟੋਆਂ ਲੱਗੀਆਂ ਤੇ ਉਹਨਾਂ ਦੇ ਥੱਲੇ ਜੇਲ੍ਹ ਤੇ ਉਹਨਾਂ ਨੇ ਕਿੱਥੇ ਜੇਲ੍ਹਾਂ ਕੱਟੀਆਂ ਨੇ, ਕਿੰਨੇ ਸਾਲ ਜੇਲ੍ਹ ਕੱਟੀ ਹੈ। ਕਈਆਂ ਦੇ ਉੱਤੇ ਕਿਹੋ ਜਿਹਾ ਤਰੀਕਾ ਕਿ 22 ਸਾਲ 20 ਸਾਲ 10 ਸਾਲ ਲਗਾਤਾਰ ਉਹਨਾਂ ਨੇ ਜੇਲ੍ਹ ਕੱਟੀ ਔਰ ਇੱਕ ਜੇਲ੍ਹ ਨੂੰ ਉਹਨਾਂ ਨੂੰ ਬਣਾ ਦਿੱਤਾ। ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦੀ ਦਿਵਾਈ ਔਰ ਅੱਜ ਦੀ ਆਜ਼ਾਦੀ ਦੇ ਉੱਤੇ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਸਾਡੇ ਨੌਜਵਾਨ ਬੱਚੇ ਨੇ, ਉਹਨਾਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਵੀ ਕਿੰਨਾ ਕਰਕੇ ਸਾਡੇ ਬਜ਼ੁਰਗਾਂ ਕਰਕੇ, ਸਾਡੇ ਸ਼ਹੀਦਾਂ ਕਰਕੇ ਜਿਹੜਾ ਸਾਨੂੰ ਆਜ਼ਾਦੀ ਮਿਲੀ ਹੈ, ਉਸ ਆਜ਼ਾਦੀ ਨੂੰ ਸਾਨੂੰ ਖੁਸ਼ੀ ਤੇ ਵਧੀਆ ਢੰਗ ਨਾਲ ਮਨਾਉਣਾ ਚਾਹੀਦਾ। ਔਰ ਆਉਣ ਵਾਲੇ ਜਿਹੜੇ ਸਾਡੀ ਜਨਰੇਸ਼ਨ ਹੈ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਤਗੜੇ ਹੋ ਕੇ ਦੇਸ਼ ਦੀ ਲਈ, ਦੇਸ਼ ਦੀ ਤਰੱਕੀ ਦੇ ਲਈ ਆਪਣਾ ਯੋਗਦਾਨ ਪਾਉਣ। ਔਰ ਮੈਂ ਦੇਖਿਆ, ਮੈਂ ਅੱਜ ਹੀ ਕਿਤੇ ਪੜ੍ਹ ਰਿਹਾ ਸੀਗਾ ਕਿ ਜਿੱਥੇ ਜਿੱਥੇ ਕਿਸੇ ਬੰਦੇ ਨੇ ਮਿਹਨਤ ਕੀਤੀ ਹੈ, ਛੋਟੇ ਜਿਹੇ ਘਰ ਚੋਂ ਉੱਠ ਕੇ ਵੀ ਬੜੀ ਦੂਰ ਤੱਕ ਉਹਨੇ ਤਰੱਕੀ ਕੀਤੀ ਹੈ। ਸਾਡੇ ਪ੍ਰਧਾਨ ਮੰਤਰੀ ਦੇਖ ਲਓ, ਇੱਕ ਐਗਜ਼ਾਮਪਲ ਨੇ। ਸੋ ਆਉਣ ਵਾਲੀ ਜਨਰੇਸ਼ਨ ਲਈ ਇਹੋ ਹੀ ਸਾਡੀ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਵੀ ਤਗੜੇ ਹੋ ਕੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ। ਸ਼ਾਇਦ ਕੋਵਿਡ-19 ਦੇ ਕਰਕੇ ਜਿਹੜਾ ਇੰਨਾ ਉਤਸ਼ਾਹ ਨਾਲ ਨਹੀਂ ਮਨਾਇਆ ਗਿਆ। ਉਹ ਦੇਖੋ, ਇਹ ਤੇ ਵਰਲਡ ਓਵਰ ਹਰ ਬੰਦੇ ਨੂੰ ਇਸ ਚੀਜ਼ ਤੋਂ ਜਿਹੜਾ ਹੈ ਪਰਹੇਜ਼ ਕਰਨਾ ਪਏਗਾ। ਕੋਵਿਡ-19 ਦਾ ਜਿਹੜੀ ਇਹ ਬਿਮਾਰੀ ਹੈ, ਅਜੇ ਤੱਕ ਇਹਦੀ ਕਿਉਂਕਿ ਦਵਾਈ ਨਹੀਂ ਨਿਕਲੀ, ਤੇ ਸਾਰੇ ਜਿੰਨਾ ਤੁਸੀਂ ਇਸ ਦਾ ਪਰਹੇਜ਼ ਕਰ ਲਓ, ਇਸ ਦੀ ਤੁਸੀਂ ਆਪਣੇ ਆਪ ਦਾ ਪਰਹੇਜ਼ ਕਰੋ, ਦੂਜਿਆਂ ਦਾ ਵੀ ਖਿਆਲ ਕਰੋ, ਤੇ ਮੈਂ ਸਮਝਦਾ ਵੀ ਇਹ ਜਿਹੜਾ ਸਰਕਾਰ ਨੇ ਕੀਤਾ ਚੰਗਾ ਹੀ ਕੀਤਾ। ਠੀਕ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਵਿੰਦਰ ਬਿੱਟੀ ਔਰ 74ਵੇਂ ਆਜ਼ਾਦੀ ਦਿਵਸ ਤੇ ਸਮੂਹ ਪੰਜਾਬੀਆਂ ਨੂੰ ਬਹੁਤ ਵਧਾਈ ਦਿੰਦੀ ਹਾਂ ਔਰ ਅਰਦਾਸ ਕਰਦੀ ਹਾਂ ਕਿ ਸਾਡਾ ਦੇਸ਼ ਆਉਣ ਵਾਲੇ ਟਾਈਮ 'ਚ ਤਰੱਕੀਆਂ ਦੀਆਂ ਬੁਲੰਦੀਆਂ ਤੇ ਪਹੁੰਚੇ ਜੀ। ਮੈਂ ਸਾਹਨੇਵਾਲ ਹਲਕੇ ਦੀ ਗੱਲ ਦੱਸਦੀ ਹਾਂ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਹਲਕੇ 'ਚ ਬਹੁਤ ਵੱਡੇ ਪ੍ਰੋਜੈਕਟ ਜਿਵੇਂ ਕਿ ਹੀਰੋ ਸਾਈਕਲ ਵੈਲੀ ਸਾਡੇ ਹਲਕੇ 'ਚ ਬਣ ਰਹੀ ਹੈ ਔਰ ਇਹ ਪਰਮਾਤਮਾ ਦੀ ਅਪਾਰ ਕਿਰਪਾ ਹੋ ਰਹੀ ਹੈ ਔਰ ਜਲਦ ਹੀ ਜਿਹੜਾ ਮੱਤੇਵਾੜੇ ਦਾ ਵੀ ਅਸੀਂ ਸੋਲਿਊਸ਼ਨ ਕਰ ਰਹੇ ਹਾਂ ਔਰ ਹੋ ਜਾਏਗਾ। ਪੰਚਾਇਤ ਨੂੰ ਵੀ ਵੱਡੀਆਂ ਸੇਵਾਵਾਂ ਦੇ ਕੇ ਨਾਲ ਜਿਹੜੀ ਕਿ ਉੱਥੋਂ ਦੇ ਪਿੰਡ ਦੇ ਲੋਕਾਂ ਦਾ ਵੀ ਨਾਲ ਖਿਆਲ ਰੱਖਿਆ ਜਾਵੇ ਔਰ ਆਉਣ ਵਾਲੇ ਭਵਿੱਖ 'ਚ ਸਾਡੀ ਇੰਡਸਟਰੀ ਵੀ ਉੱਥੇ ਹੋਰ ਅੱਗੇ ਵਧੇ ਤਾਂ ਕਿ ਸਾਡੇ ਲੋਕਾਂ ਨੂੰ ਕਾਲਜ ਮਿਲਣ, ਹਸਪੀਟਲ ਮਿਲਣ ਔਰ ਅੱਛੀ ਜੌਬਸ ਮਿਲਣ। ਸਭ ਤੋਂ ਪਹਿਲਾਂ ਕਿ ਜਿਹੜੀ ਕਿ ਬੇਰੁਜ਼ਗਾਰੀ ਦਾ ਇੱਥੇ ਬਹੁਤ ਵੱਡਾ ਜਿਹੜਾ ਇੱਕ ਸਾਨੂੰ ਪਤਾ ਹੈ ਸਾਰਿਆਂ ਨੂੰ, ਉਹਦੇ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਇੰਡਸਟਰੀ ਆਏਗੀ ਚੱਲੇਗੀ ਸਾਡੇ ਲੋਕਾਂ ਨੂੰ ਕੰਮ ਮਿਲੇਗਾ। ਔਰ ਸਾਡੇ ਹਲਕੇ 'ਚ ਮੈਂ ਸਾਰੀਆਂ ਪੰਚਾਇਤਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੀ ਹਾਂ ਕਿ ਜਿਹੜਾ ਲੱਖਾਂ ਰੁਪਇਆ ਤੁਹਾਡੇ ਫੰਡ ਤੁਹਾਡੇ ਪੰਚਾਇਤਾਂ ਦੇ ਤੁਹਾਡੇ ਖਾਤਿਆਂ 'ਚ ਅੱਜ ਆ ਚੁੱਕਿਆ। ਸੋ ਕਈ ਸਰਪੰਚ ਕਹੀ ਜਾਂਦੇ ਕਿ ਭੈਣ ਜੀ ਸਾਡੇ ਖਾਤੇ 'ਚ ਨਹੀਂ ਆਇਆ, ਸਾਰਿਆਂ ਦੇ ਸਾਡੇ ਕੋਲ ਲਿਸਟਾਂ ਬਣ ਕੇ ਤਿਆਰ ਹੋ ਕੇ ਆ ਚੁੱਕੀਆਂ ਨੇ ਕਿ ਕਿੰਨੇ ਪੈਸੇ ਕਿਹੜੀ ਪੰਚਾਇਤ ਕੋਲ ਆਏ ਨੇ। ਸਾਰੇ ਸਰਪੰਚਾਂ ਨੂੰ ਮੇਰੀ ਬੇਨਤੀ ਹੈ ਆਪਣੇ ਪਿੰਡਾਂ ਦੇ ਕੰਮ ਜਲਦ ਤੋਂ ਜਲਦ ਸ਼ੁਰੂ ਕਰਾਓ ਕਿਉਂਕਿ ਤੁਹਾਡੇ ਖਾਤੇ ਪੈਸੇ ਨਾਲ ਭਰ ਚੁੱਕੇ ਹੈ। ਖਰੜ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਡੇਵਿਡ ਵਰਮਾ, ਜਲੰਧਰ ਤੋਂ ਕਰਨਵੀਰ ਸਿੰਘ, ਕਾਦੀਆਂ ਤੋਂ ਸਲਾਮਤਾਰੀ ਅਤੇ ਲੁਧਿਆਣਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ।